ਪਸ਼ੁ ਪਸ਼ੁ ਨਗ ਨਾਗ ਨਰਾਧਪ ਸਰਬ ਸਮੈ ਸਭ ਕੋ ਪ੍ਰਤਪਾਰੈ। ਭੂਖਤ ਹੈ ਜਲ ਮੈਂ ਥਲ ਮੈਂ ਕਲ ਮੈਂ ਕਲ ਕੀ ਨਹੀਂ ਕਰਮ ਵਿਚਾਰੈ। ਦੀਨ ਦਇਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨ ਹਾਰੈ। ਦੀਨ ਦਇਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨ ਹਾਰੈ। ਸੁਖ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਈ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮੰਦੀ ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਂਦ ਸ਼ਾਹ। ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡ ਹੰਸ ਮਹੱਲਾ ਪਹਿਲਾ। ਬਾਬਾ ਆਇਆ ਹੈ ਉੱਠ ਚੱਲਣਾ। ਇਹੋ ਜਗ ਝੂਠ ਅਸਾਰੂਆ। ਸੱਚਾ ਘਰ ਸਚੜੈ ਸੇਵੀਐ। ਸੱਚ ਖਰਾ ਸਚਿਆਰੋਆ। ਬਾਬਾ ਆਇਆ ਹੈ ਉੱਠ ਚੱਲਣਾ। ਇਹੋ ਜਗ ਝੂਠ ਪਸਾਰੋਆ। ਸੱਚਾ ਘਰ ਸਚੜਾ ਸੇਵੀਐ। ਸੱਚ ਖਰਾ ਸਚਿਆਰੋਆ। ਕੂੜ ਲੱਭ ਜਾਂ ਖਾਈ ਨਾ ਪਾਸੀ। ਅੱਗਾ ਲਹਿ ਨਾ ਠਾਓ। ਅੰਤਰ ਆਓ ਨਾ ਬੈਸੋ ਕਹੀਐ। ਜਿਉ ਸੁਣੈ ਘਰ ਕਾਓ। ਜੰਮਣ ਮਰਨ ਵੱਡਾ ਵੇਛੋੜਾ। ਬਿਨਸੈ ਜਗ ਸਬਾਏ। ਲਾਭ ਧੰਦਾ ਮਾਇਆ ਜਗਤ ਭੁਲਾਇਆ। ਕਾਲ ਖੜਾ ਰੂਆਏ।
ਜੰਮਣ ਮਰਨ ਵੱਡਾ ਵੇਛੋੜਾ, ਬਿਨਸਾ ਜਗ ਸਬਾਏ। ਲਾਭ ਧੰਦਾ ਮਾਇਆ ਜਗਤ ਭੁਲਾਇਆ, ਕਾਲ ਖੜਾ ਰੁਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ, ਕਰੁਣਾ ਨਿਧਾਨ, ਜੁਗੋ ਜੁਗ ਅਟਲ। ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਧੰਨਤਾ ਦੇ ਜੋਗ ਹੋ। ਜੋ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲੀਆਂ ਬਣਾ ਰਹੇ ਹੋ। ਹੁਕਮਨਾਮੇ ਦੀ ਵਿਚਾਰ ਤੋਂ ਪਹਿਲਾਂ ਸਾਧ ਸੰਗਤ ਜੀ, ਅੱਜ ਧੰਨ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਬੰਦੀ ਛੋੜ ਦਾਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਤੇ ਬਿਰਾਜਣ ਦਾ ਦਿਹਾੜਾ ਹੈ। ਸਮੁੱਚੀਆਂ ਸੰਗਤਾਂ ਨੂੰ ਸਤਿਗੁਰੂ ਜੀ ਦੇ ਗੁਰਤਾ ਗੱਦੀ ਤੇ ਬਿਰਾਜਣ ਦੇ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਦਸਤਗੀਰ ਹੋਏ ਪੰਜ ਪੀਰ, ਹਰ ਗੁਰ ਹਰ ਗੋਬਿੰਦ ਅਤੋਲਾ। ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹ ਪਾਤਸ਼ਾਹ ਅਡੋਲਾ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੈ, ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ। ਦਲ ਭੰਜਨ ਗੁਰ ਸੂਰਮਾ, ਵਡ ਯੋਧਾ ਬਹੁ ਪਰਉਪਕਾਰੀ। ਪੁੱਛਣ ਸਿੱਖ ਅਰਦਾਸ ਕਰ, ਛੇ ਮਹਿਲਾਂ ਤੱਕ ਦਰਸ਼ ਨਿਹਾਰੀ। ਅਗਮ ਅਗੋਚਰ ਸਤਿਗੁਰੂ, ਬੋਲੇ ਮੁਖ ਤੇ ਸੁਣੋ ਸੰਸਾਰੀ। ਕਲਯੁਗ ਪੀੜੀ ਸੋਢੀਆਂ, ਨਿਹਚਲ ਨੀਵ ਸਾਰ ਖਲਾਰੀ। ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਸਾਧ ਸੰਗਤ ਜੀ, ਜਿਸ ਸਮੇਂ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਨ ਪਰਉਪਕਾਰ ਕਰ ਰਹੇ ਸਨ, ਗੁਰੂ ਘਰ ਦੇ ਨਿੰਦਕ, ਗੁਰੂ ਘਰ ਦੇ ਦੋਖੀ, ਗੁਰੂ ਘਰ ਦੇ ਵਿਰੋਧੀ ਅਨੇਕ ਪ੍ਰਕਾਰ ਦੀਆਂ ਚਾਲਾਂ ਚੱਲ ਰਹੇ ਸਨ। ਉੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਵੱਡੇ ਭਰਾ ਬਾਬਾ ਪਿਰਥੀ ਚੰਦ ਵੀ ਕੋਈ ਘੱਟ ਨਹੀਂ ਸਨ। ਉਹ ਵੀ ਬਹੁਤ ਜ਼ਹਿਰੀਲੇ ਵਾਰ ਕਰ ਰਹੇ ਸਨ। ਜਿਸ ਸਮੇਂ ਗੁਰੂ ਕੀ ਵਡਾਲੀ ਨਗਰ ਵਿਖੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ, ਪਿਰਥੀ ਚੰਦ ਜੀ ਨੇ 3 ਜ਼ਹਿਰੀਲੇ ਵਾਰ ਕੀਤੇ।
ਸਭ ਤੋਂ ਪਹਿਲਾ ਵਾਰ ਦਾਈ ਦੇ ਥਣਾਂ ਨੂੰ ਜ਼ਹਿਰ ਲਗਾ ਕੇ ਭੇਜਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਛੋਟੀ ਅਵਸਥਾ ਦੇ ਵਿੱਚ ਦੁੱਧ ਪੀਣ ਤੋਂ ਇਨਕਾਰ ਕੀਤਾ। ਦੂਸਰਾ ਵਾਰ ਇੱਕ ਜੋਗੀ ਨੂੰ ਭੇਜਿਆ, ਉਹਨੇ ਜਾ ਕੇ ਸੱਪ ਛੱਡਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਸ ਨੂੰ ਵੀ ਖਤਮ ਕਰ ਦਿੱਤਾ। ਤੀਸਰਾ ਇੱਕ ਬ੍ਰਾਹਮਣ ਨੂੰ ਭੇਜਿਆ, ਜਿਸ ਨੇ ਦਹੀਂ ਦੇ ਵਿੱਚ ਜ਼ਹਿਰ ਮਿਲਾ ਕੇ ਸਤਿਗੁਰੂ ਜੀ ਨੂੰ ਛਕਾਉਣਾ ਚਾਹਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਵੀ ਛਕਣ ਤੋਂ ਇਨਕਾਰ ਕੀਤਾ। ਤਿੰਨੇ ਵਾਰ ਜ਼ਹਿਰ ਦੇ ਨਾਲ ਭਰੇ ਹੋਏ ਜ਼ਹਿਰੀਲੇ ਵਾਰ ਕੀਤੇ। ਸਮੇਂ ਮੁਤਾਬਕ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾਲਕ ਦੇ ਸ਼ੁਕਰਾਨੇ ਵਜੋਂ ਸ਼ਬਦ ਵੀ ਉਚਾਰਨ ਕੀਤੇ, ਜਿਨ੍ਹਾਂ ਦਾ ਪਾਵਨ ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ ਹੈ। ਗੁਰ ਗੁਰ ਜਪੀ ਗੁਰੂ ਗੁਰ ਧਿਆਈ, ਜੀ ਕੀ ਅਰਦਾਸ ਗੁਰੂ ਪੈ ਪਾਈ। ਉੱਥੇ ਮਹਾਰਾਜ ਜੀ ਨੇ ਜ਼ਿਕਰ ਕੀਤਾ, ਜੀਉ ਪਿੰਡ ਜੋਬਨ ਰਾਖੈ ਪ੍ਰਾਣ, ਕਹੋ ਨਾਨਕ ਗੁਰ ਕੋ ਕੁਰਬਾਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੀ ਰੱਖਿਆ ਕਰਨ ਵਾਲੇ ਹਨ। ਲੇਪ ਨ ਲਾਗੋ ਤਿਲ ਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ। ਜਿਹੜੇ ਮਾਰਨ ਗਏ ਉਹ ਆਪ ਹੀ ਮਰ ਗਏ। ਅੰਮ੍ਰਿਤਸਰ ਦੀ ਧਰਤੀ ਦੇ ਉੱਪਰ ਵੀ ਕੁਝ ਕੁ ਘਟਨਾਵਾਂ ਵਾਪਰਦੀਆਂ ਹਨ। ਲੰਬਾ ਚੌੜਾ ਪ੍ਰਸੰਗ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਨ ਪਰਉਪਕਾਰ ਕਰ ਰਹੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਵਰੂਪ ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਾਰੀ ਲਗਾ ਕੇ ਲਿਖਵਾਉਣਾ ਕੀਤਾ, ਜੋ ਕਿ ਸਰਬ ਸਾਂਝੀ ਵਾਲਤਾ ਦਾ ਪ੍ਰਤੀਕ ਹੈ। ਆਪਾਂ ਬਚਨ ਪੜ੍ਹਦੇ ਹਾਂ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਾਹਰਾ ਜੀਓ। ਖਾਕ ਨੂਰ ਕਰਦੰ ਆਲਮ ਦੁਨੀਆਏ, ਅਸਮਾਨ ਜਿਮੀ ਦਰਖਤ ਆਬ ਪੈਦਾਇਸ਼ ਖੁਦਾਏ। ਸਾਰੀਆਂ ਭਾਸ਼ਾਵਾਂ ਦੀ ਵਰਤੋਂ ਕੀਤੀ ਗਈ ਹੈ, ਅਰਬੀ ਵੀ ਹੈ, ਫਾਰਸੀ ਵੀ ਹੈ। ਫਿਰ ਜਿੱਥੇ ਸਤਿਗੁਰਾਂ ਦੀ ਬਾਣੀ ਨੂੰ ਦਰਜ ਕੀਤਾ, ਉੱਥੇ ਬਹੁਤ ਸਾਰੇ ਭਗਤਾਂ ਦੀ ਬਾਣੀ ਨੂੰ ਵੀ ਮਹਾਰਾਜ ਜੀ ਨੇ ਦਰਜ ਕੀਤਾ। ਜਿਹੜੇ ਗੁਰੂ ਘਰ ਦੇ ਨਿੰਦਕ ਸਨ, ਉਹਨਾਂ ਨੇ ਇਹ ਸ਼ਿਕਾਇਤਾਂ ਲਗਾਉਣੀਆਂ ਸ਼ੁਰੂ ਕੀਤੀਆਂ, ਊਜਾਂ ਲਗਾਉਣੀਆਂ ਸ਼ੁਰੂ ਕੀਤੀਆਂ ਵੀ ਸਤਿਗੁਰੂ ਜੀ ਨੇ ਇੱਕ ਗ੍ਰੰਥ ਤਿਆਰ ਕੀਤਾ ਹੈ, ਜਿਹਦੇ ਵਿੱਚ ਇਸਲਾਮ ਦੀ ਤੋਹੀਨ ਕੀਤੀ ਗਈ ਹੈ, ਬਲਕਿ ਐਸਾ ਹੈ ਨਹੀਂ। ਹੁਣ ਬਾਬਾ ਫਰੀਦ ਸਾਹਿਬ ਜੀ ਵੀ ਤਾਂ ਇੱਕ ਸੂਫੀ ਫਕੀਰ ਇਸਲਾਮ ਦੇ ਵਿੱਚੋਂ ਹੀ ਹਨ ਨਾ, ਉਹਨਾਂ ਦੀ ਬਾਣੀ ਨੂੰ ਵੀ ਬਰਾਬਰ ਦਾ ਦਰਜਾ ਦਿੱਤਾ ਗਿਆ। ਉੱਠ ਫਰੀਦਾ ਉਜੂ ਸਾਜ, ਸੁਬਹ ਨਿਵਾਜ ਗੁਜ਼ਾਰ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ। ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੀਜੈ ਕਾਏ, ਕੁੰਨੇ ਹੇਠ ਜਲਾਈਐ ਬਾਲਣ ਸੰਦੈ ਥਾਏ। ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਬਚਨ ਹਨ, ਸ਼ਬਦ ਹਨ, ਬਾਬਾ ਫਰੀਦ ਜੀ ਦੇ ਵੀ ਦਰਜ ਕੀਤੇ ਗਏ। ਝੂਠੀਆਂ ਊਜਾਂ ਲਗਾਈਆਂ ਗਈਆਂ। ਫਿਰ ਵਾਕਿਆ ਹੀ ਜਿਹੜੇ ਬਚਨ ਗੁਰੂ ਘਰ ਦੇ ਵਿੱਚ ਜਿਹੜੀ ਕਲਾ ਵਰਤਦੀ ਹੈ, ਪਿੱਛੇ ਵੀ ਵਰਤਦੀ ਰਹੀ, ਅੱਜ ਵੀ ਵਰਤ ਰਹੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਵੀ ਵਰਤਦੀ ਰਹੇਗੀ।
ਕਿਆ ਹੰਸ ਕਿਆ ਬਗੁਲਾ ਜਾ ਕੋ ਨਦਰ ਧਰੇ, ਜੋ ਤਿਸ ਭਾਵੈ ਨਾਨਕਾ ਕਾਗੋਂ ਹੰਸ ਕਰੇ। ਇੱਕ ਤਾਂ ਪ੍ਰਤੱਖ ਰੂਪ ਦੇ ਵਿੱਚ ਵੀ ਕਾਵਾਂ ਤੋਂ ਹੰਸ ਹੋਏ, ਇੱਕ ਪ੍ਰਤੀਕ ਵਜੋਂ ਵੀ ਹਨ। ਮਨੁੱਖ ਦੀਆਂ ਬਿਰਤੀਆਂ ਹੁੰਦੀਆਂ ਹਨ। ਜਿਹੜਾ ਕੌੜਾ ਬੋਲੇ, ਫਿੱਕਾ ਬੋਲੇ, ਵਿਅਰਥ ਬੋਲੇ, ਉਹਨੂੰ ਕਹਿ ਦਿੱਤਾ ਜਾਂਦਾ ਹੈ ਵੀ ਇਹ ਨਿਰਾ ਹੀ ਕਾਂ ਵਰਗਾ ਹੈ, ਬੋਲੀ ਜਾਂਦਾ ਹੈ। ਪਾਤਸ਼ਾਹ ਦੀ ਚਰਨਾਂ ਦੇ ਵਿੱਚ ਜਿਹੜੇ ਕਾਂ ਦੀ ਬਿਰਤੀ ਵਾਲੇ ਆਉਂਦੇ ਹਨ, ਸਮਾਂ ਪਾ ਕੇ ਜੇ ਸੇਵਾ ਸਿਮਰਨ ਕਰਦੇ ਰਹਿਣ, ਨਿਮਰਤਾ ਦੇ ਵਿੱਚ ਰਹਿਣ, ਪਾਤਸ਼ਾਹ ਕਿਰਪਾ ਕਰਦੇ ਹਨ, ਉਹਨਾਂ ਨੂੰ ਕਾਵਾਂ ਤੋਂ ਹੰਸ ਬਣਾ ਦਿੰਦੇ ਹਨ। ਧੰਨ ਬਾਬਾ ਬਿਧੀ ਚੰਦ ਸਾਹਿਬ ਜੀ ਵਰਗੇ ਭਾਵੇਂ ਪਹਿਲੇ ਜੀਵਨ ਦੇ ਵਿੱਚ ਚੋਰੀ ਕਰਦੇ ਸਨ, ਜਿਸ ਵਕਤ ਭਾਈ ਅਦਲੀ ਸਾਹਿਬ ਜੀ ਦੀ ਸੰਗਤ ਦੇ ਨਾਲ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਏ, ਬੜੇ ਵੱਡੇ ਸੰਤ ਬਣ ਗਏ ਸਨ, ਮਹਾਂਪੁਰਸ਼ ਹੋ ਗਏ ਸਨ। ਭਾਈ ਲੱਖੂ ਜੀ ਵਰਗੇ ਭਾਵੇਂ ਪਹਿਲੇ ਜੀਵਨ ਦੇ ਵਿੱਚ ਲੋਕਾਂ ਨੂੰ ਲੁੱਟਦੇ ਸਨ, ਪਰ ਜਿਸ ਵਕਤ ਭਾਈ ਪਿਰਾਣਾ ਜੀ ਦੀ ਸੰਗਤ ਦੇ ਨਾਲ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਏ, ਉਸ ਵਕਤ ਇਹਨਾਂ ਦੀ ਰਸਨਾ ਤੇ ਸਤਿਗੁਰਾਂ ਦਾ ਵਾਸਾ ਹੋ ਗਿਆ ਸੀ। ਉਹਨਾਂ ਕਹਿ ਦਿੱਤਾ ਸੀ ਸਾਫ਼ ਹੀ, ਜਿੰਨੀਆਂ ਮਰਜ਼ੀ ਅਰਦਾਸਾਂ ਕਰ ਲਓ, ਬੁੱਧੂ ਦਾ ਆਵਾ ਕੱਚਾ ਹੀ ਨਿਕਲੇਗਾ। ਆਖਿਆ ਤੁਸੀਂ ਕੌਣ ਹੁੰਦੇ ਹੋ? ਆਖਿਆ ਹਮ ਪੀ ਹੈ ਗੁਰਸਿੱਖ ਮਹਾਨੇ, ਭੋਜਨ ਦੇ ਘਰ ਨੈ ਤ੍ਰਿਪਤਾਨੇ। ਕਹਿੰਦੇ ਅਸੀਂ ਵੀ ਗੁਰੂ ਦੇ ਸਿੱਖ ਹਾਂ, ਜਿੰਨੀਆਂ ਮਰਜ਼ੀ ਅਰਦਾਸਾਂ ਕਰ ਲਓ। ਰਸਨਾ ਦੇ ਪ੍ਰਵਾਸਾ ਹੋ ਗਿਆ ਸੀ ਸਤਿਗੁਰਾਂ ਦਾ। ਭਾਵ ਜਿਹੜੇ ਗੁਰੂ ਘਰ ਦੇ ਨਿੰਦਕ ਸਨ, ਦੋਖੀ ਸਨ, ਵਿਰੋਧੀ ਸਨ, ਉਹ ਇਹ ਉਜਾਂ ਲਗਾ ਰਹੇ ਸਨ, ਇਹ ਸ਼ਿਕਾਇਤਾਂ ਲਗਾ ਰਹੇ ਸਨ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਕੋਲ ਡਾਕੂ ਰੱਖੇ ਹੋਏ ਹਨ, ਚੋਰ ਰੱਖੇ ਹੋਏ ਸਨ। ਉਹ ਅਜੇ ਵੀ ਗੁਰਮੁਖਾਂ ਨੂੰ ਉਸੇ ਦ੍ਰਿਸ਼ਟੀ ਦੇ ਨਾਲ ਦੇਖ ਰਹੇ ਸਨ, ਮਹਾਨ ਸੰਤਾਂ ਨੂੰ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਜਿਸ ਵਕਤ ਚੰਦੂ ਦੀ ਲੜਕੀ ਦਾ ਰਿਸ਼ਤਾ ਵੀ ਮੋੜਦੇ ਹਨ, ਉਹ ਆਪਣੇ ਆਪ ਨੂੰ ਚੁਬਾਰਾ ਦੱਸਦਾ ਸੀ। ਆਪ ਚੁਬਾਰਾ ਬਣਿਓ ਪਾਪੀ, ਗੁਰ ਕਾ ਘਰ ਇਨ ਮੋਰੀ ਥਾਪੀ। ਗੁਰੂ ਘਰ ਨੂੰ ਮੋਰੀ ਦੱਸਦਾ ਸੀ। ਐਸੇ ਅਨੇਕਾਂ ਹੀ ਕਾਰਨ ਬਣੇ ਹਨ, ਔਰ ਮੂਲ ਰੂਪ ਦੇ ਵਿੱਚ ਅਸਲ ਕਾਰਨ ਨੂੰ ਸਤਿਗੁਰੂ ਜੀ ਆਪ ਜਾਣਦੇ ਹਨ। ਗੁਰ ਕੀ ਮਹਿਮਾ ਅਗਮ ਹੈ, ਕਿਆ ਕਥੇ ਕਥਨਹਾਰ। ਕਿਸ ਤਰ੍ਹਾਂ ਦੀ ਲੀਲਾ ਰਚਾਉਣੀ ਹੈ, ਕਿਸ ਤਰ੍ਹਾਂ ਦੇ ਕੌਤਕ ਕਰਨੇ ਹਨ। ਕਦੇ ਇਹੋ ਜਿਹੇ ਕੌਤਕ ਕੀਤੇ ਜਿਹੜੇ ਦੁਸ਼ਟ ਚੜ੍ਹ ਕੇ ਆਏ, ਰਾਹ ਵਿੱਚ ਹੀ ਰਹਿ ਗਏ, ਰਸਤੇ 'ਚ ਹੀ ਗਲ ਗਏ, ਅੰਮ੍ਰਿਤਸਰ ਤੱਕ ਪਹੁੰਚ ਹੀ ਨਾ ਸਕੇ। ਪਰ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਦੀ ਸ਼ਹੀਦੀ ਵਾਲੀ ਲੀਲਾ ਰਚਾ ਰਹੇ ਹਨ। ਲਾਹੌਰ ਜਾਣ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਅੰਦਰਵਾਰ ਜੋ ਅਸਥਾਨ ਸ੍ਰੀ ਕੋਠਾ ਸਾਹਿਬ ਹੈ, ਜਿੱਥੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਸੁਖਾਸਨ ਕੀਤੇ ਜਾਂਦੇ ਹਨ, ਬਿਰਾਜਮਾਨ ਕੀਤੇ ਜਾਂਦੇ ਹਨ। ਉਸ ਅਸਥਾਨ ਦੇ ਅੰਦਰ ਇਤਿਹਾਸ ਦੇ ਮੁਤਾਬਕ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਸਨ, ਔਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ, ਭਾਈ ਗੁਰਦਾਸ ਸਾਹਿਬ ਜੀ ਨੂੰ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਪਾਸ ਬੁਲਾਇਆ। ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਛਦੇ ਹਨ ਕਿ ਬਾਬਾ ਜੀ ਤੁਸੀਂ ਦੱਸਣਾ ਕਰੋ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਸਮਰੱਥ ਹੋ ਗਏ ਹਨ, ਯੋਗ ਹੋ ਗਏ ਹਨ ਕਿ ਨਹੀਂ। ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤੇ, ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੀ ਜੋਤ ਹਨ, ਆਪ ਜੀ ਦਾ ਸਮਰੂਪ ਹਨ, ਕਿਸੇ ਗੱਲ ਦੀ ਕੋਈ ਕਮੀ ਨਹੀਂ ਹੈ।
ਫਿਰ ਸਤਿਗੁਰੂ ਜੀ ਭਾਈ ਗੁਰਦਾਸ ਸਾਹਿਬ ਜੀ ਨੂੰ ਪੁੱਛਦੇ ਹਨ। ਭਾਈ ਗੁਰਦਾਸ ਸਾਹਿਬ ਜੀ ਆਖਣ ਲੱਗੇ, ਜੋ ਬਚਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੇ ਹਨ ਉਹ ਇੱਕ ਇੱਕ ਅੱਖਰ ਸੱਚ ਕੀਤੇ ਹਨ, ਕੋਈ ਵੀ ਕਮੀ ਨਹੀਂ ਹੈ। ਭਾਵ ਗੁਰਸਿੱਖ ਦੇ ਬਚਨਾਂ ਨੂੰ ਸਨਮਾਨ ਦਿੰਦੇ ਸਨ। ਇਸ ਤਰ੍ਹਾਂ ਉਸ ਸਮੇਂ ਸਾਧ ਸੰਗਤ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਇਤਿਹਾਸ ਦੇ ਮੁਤਾਬਕ 11 ਸਾਲ ਉਮਰ ਸੀ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚੱਲਦੀ ਹੋਈ ਮਰਜ਼ਾਦਾ ਦੇ ਅਨੁਸਾਰ 5 ਪੈਸੇ ਨਾਰੀਅਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਨਮੁਖ ਭੇਟਾ ਕਰਕੇ ਰੱਖ ਕੇ ਮੱਥਾ ਟੇਕਿਆ, 3 ਪਰਿਕਰਮਾ ਕੀਤੀਆਂ ਅਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਬਚਨ ਕੀਤਾ ਕਿ ਤੁਸੀਂ ਹੁਣ ਇਹਨਾਂ ਨੂੰ ਜੋ ਤਿਲਕ ਹੈ ਉਹ ਲਗਾਉਣਾ ਕਰੋ। ਚੰਦਨ ਕੇਸਰ ਦਾ ਜਿਹੜਾ ਤਿਲਕ ਸੀ ਉਹ ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰਾਂ ਦੇ ਮਸਤਕ ਦੇ ਉੱਪਰ ਲਗਾਉਣਾ ਕੀਤਾ। ਸੋ ਸਾਧ ਸੰਗਤ ਜੀ, ਅੱਜ ਦੇ ਸ਼ੁਭ ਦਿਹਾੜੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਮੀਰੀ ਪੀਰੀ ਦੇ ਮਾਲਕ 11 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਦੇ ਉੱਪਰ ਬਿਰਾਜਮਾਨ ਹੋਏ। ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਆਓ ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਪਵਿੱਤਰ ਹੁਕਮਨਾਮਾ ਆਪਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਇਆ ਹੈ, ਉਸ ਦੀ ਵਿਚਾਰ ਸਰਵਣ ਕਰਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਪਿਆਰ ਨਾਲ ਆਖੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪਹਿਲਾ। ਵਡਹੰਸ ਰਾਗ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਨ ਦੁਨੀ ਦੇ ਮਾਲਕ ਸਤਿਗੁਰਾਂ ਦੀ ਮੁਬਾਰਕ ਰਸਨਾ ਤੋਂ ਇਹ ਅੰਮ੍ਰਿਤ ਰੂਪ ਸ਼ਬਦ ਉਚਾਰਨ ਕੀਤਾ ਹੋਇਆ ਹੈ। ਬਾਬਾ ਆਇਆ ਹੈ ਉੱਠ ਚੱਲਣਾ, ਇਹੋ ਜਗ ਝੂਠ ਪਸਾਰੋਵਾ। ਸਤਿਗੁਰੂ ਜੀ ਫਰਮਾਉਂਦੇ ਹਨ, ਬਾਬਾ ਤੋਂ ਭਾਵ ਕਿ ਹੇ ਭਾਈ, ਜੋ ਜੀਵ ਵੀ ਇਸ ਸੰਸਾਰ ਦੇ ਵਿੱਚ ਆਇਆ ਹੈ ਉਹਨੇ ਆਪਣੀ ਵਾਰੀ ਦੇ ਨਾਲ, ਆਪਣੇ ਸਮੇਂ ਦੇ ਨਾਲ ਇਸ ਸੰਸਾਰ ਤੋਂ ਉੱਠ ਕੇ ਚੱਲਣਾ ਹੈ, ਜਾਣਾ ਹੈ। ਸਦਾ ਵਾਸਤੇ ਇੱਥੇ ਕਿਸੇ ਨੇ ਬੈਠ ਨਹੀਂ ਰਹਿਣਾ ਹੈ। ਇਹ ਜੋ ਜਗਤ ਦਾ ਪਸਾਰਾ ਹੈ ਇਹ ਸਾਰਾ ਝੂਠ ਹੈ, ਬਿਨਸ ਜਾਣ ਵਾਲਾ ਹੈ, ਮਿਥਿਆ ਹੈ। ਇਸ ਗੱਲ ਦੀ ਕਹਿੰਦੇ ਸਮਝ ਹੋਣੀ ਚਾਹੀਦੀ ਹੈ, ਸੋਝੀ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਿਆਲਕੋਟ ਵਿਖੇ ਜਾਂਦੇ ਹਨ, ਭਾਈ ਮਰਦਾਨਾ ਜੀ ਨੂੰ ਭੇਜਦੇ ਹਨ ਕਿ ਸੱਚ ਅਤੇ ਝੂਠ ਲੈ ਕੇ ਆਓ। 1 ਟਕੇ ਦਾ ਸੱਚ, 1 ਦਾ ਝੂਠ ਹੈ। ਸਾਰਾ ਸ਼ਹਿਰ ਫਿਰਦੇ ਹਨ, ਲੋਕ ਬੜੇ ਹੈਰਾਨ ਹਨ ਵੀ ਇਸ ਤਰ੍ਹਾਂ ਦਾ ਅਜੀਬੋ ਗਰੀਬ ਸੌਦਾ ਅੱਜ ਤੱਕ ਨਹੀਂ ਕਿਸੇ ਨੇ ਮੰਗਿਆ। ਅਖੀਰ ਮੂਲੇ ਨਾਮ ਦੇ ਖੱਤਰੀ ਨੇ ਇੱਕ ਕਾਗਜ਼ ਦੇ ਉੱਪਰ ਲਿਖ ਦਿੱਤਾ, ਮਰਨਾ ਸੱਚ, ਜਿਉਣਾ ਝੂਠ। ਇੱਕ ਨਾ ਇੱਕ ਦਿਨ ਮਰਨਾ ਹੈ, ਇਹ ਸਚਾਈ ਹੈ, ਇਹਨੂੰ ਕਬੂਲ ਕਰਨਾ ਚਾਹੀਦਾ ਹੈ। ਅਸਨ ਬਸਨ ਲੀਨਿਓ ਬਚਨ ਕੀਨੇ, ਜਨਮ ਲੈ ਸਾਧ ਸੰਗ ਸ੍ਰੀ ਗੁਰੂ ਅਰਾਧ ਹੈ। ਇਹਾਂ ਆਏ ਦਾਤਾ ਬਿਸਰਾਏ, ਦਾਸੀ ਲਪਟਾਏ, ਪੰਚ ਦੂਤ ਭੂਤ ਭਰਮ ਭਰਮਤ ਅਸਾਧ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਸਾਚ ਮਰਨੋ ਵਿਸਾਰ, ਝੂਠ ਮਿਥਿਆ ਸੰਸਾਰ, ਸਮਝੈ ਨਾ ਜੀਤ ਹਾਰ, ਸੁਪਨ ਸਮਾਧ ਹੈ। ਮਰਨਾ ਸੱਚ ਸੀ, ਪਰ ਕਹਿੰਦੇ ਬੰਦੇ ਨੇ ਮਰਨ ਨੂੰ ਝੂਠ ਸਮਝ ਛੱਡਿਆ, ਤਾਂ ਹੀ ਜੀਵਨ ਦੀ ਬਾਜੀ ਨੂੰ ਹਾਰ ਗਿਆ।
ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤੋ ਆਓ ਹਮਾਰੇ ਪਾਸ। ਸਤਿਗੁਰੂ ਜੀ ਸਮਝਾ ਰਹੇ ਹਨ ਕਿ ਇਹ ਜੋ ਜਗਤ ਦਾ ਪਸਾਰਾ ਹੈ, ਇਹ ਬਿਨਸ ਜਾਣ ਵਾਲਾ ਹੈ, ਇਹ ਮਿਥਿਆ ਹੈ, ਇਹ ਝੂਠ ਹੈ। ਸੱਚਾ ਘਰ ਸੱਚੜੈ ਸੇਵੀਐ, ਸੱਚ ਖਰਾ ਸਚਿਆਰੋ ਵਾ। ਉਹ ਜੋ ਵਾਹਿਗੁਰੂ ਪਰਮੇਸ਼ਰ ਹੈ ਉਹ ਸੱਚਾ ਹੈ। ਕਹਿੰਦੇ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਉਸ ਸੱਚੇ ਦੇ ਸੱਚੇ ਘਰ ਦੀ ਪ੍ਰਾਪਤੀ ਹੁੰਦੀ ਹੈ। ਔਰ ਉਹ ਜੋ ਵਾਹਿਗੁਰੂ ਪਰਮੇਸ਼ਰ ਅਤੇ ਉਸ ਦਾ ਨਾਮ ਹੈ ਉਹ ਕਹਿੰਦੇ ਸਦਾ ਹੀ ਸਚਿਆਰ ਹੈ, ਸਦਾ ਹੀ ਸੱਚ ਹੈ, ਸਦਾ ਵਾਸਤੇ ਕਾਇਮ ਰਹਿਣ ਵਾਲਾ ਹੈ, ਬਦਲਦਾ ਨਹੀਂ ਹੈ, ਇੱਕ ਰਸ ਰਹਿੰਦਾ ਹੈ, ਸਦਾ ਕਾਇਮ ਰਹਿੰਦਾ ਹੈ। ਬਾਕੀ ਜਗਤ ਦਾ ਪਸਾਰਾ ਬਣਦਾ ਰਹਿੰਦਾ ਹੈ, ਮਿਟਦਾ ਰਹਿੰਦਾ ਹੈ, ਪਰ ਪਰਮੇਸ਼ਰ ਅਤੇ ਉਸ ਦਾ ਨਾਮ ਸਦਾ ਵਾਸਤੇ ਸਥਿਰ ਹੈ, ਕਾਇਮ ਰਹਿੰਦਾ ਹੈ। ਊੜ ਲੱਭ ਜਾਂ ਥਾਈ ਨਾ ਪਾਸੀ, ਅੱਗਾ ਲਹੈ ਨਾ ਠਾਓ। ਝੂਠ ਦੇ ਨਾਲ ਲੱਗ ਕੇ, ਲੱਭ ਦੇ ਵਿੱਚ, ਲਾਲਚ ਦੇ ਵਿੱਚ ਲੱਗ ਕੇ ਕਹਿੰਦੇ ਮਨੁੱਖ ਨੂੰ ਜਿਹੜੀ ਸਹੀ ਥਾਂ ਹੈ, ਅਸਲੀ ਥਾਂ ਹੈ, ਅਸਲੀ ਪ੍ਰਾਪਤੀ ਹੈ, ਉਹ ਹੁੰਦੀ ਨਹੀਂ ਹੈ। ਝੂਠ ਦੇ ਵਿੱਚ ਹੀ ਉਲਝਿਆ ਰਹਿੰਦਾ ਹੈ, ਖਾਣ ਦੇ ਲੱਭ ਦੇ ਵਿੱਚ, ਲਾਲਚ ਦੇ ਵਿੱਚ ਹੀ ਉਲਝਿਆ ਰਹਿੰਦਾ ਹੈ। ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਖਾਣ ਦੇ ਵਿੱਚ ਹੀ ਕਹਿੰਦੇ ਇਸ ਦੀ ਰੁਚੀ ਬਣੀ ਰਹਿੰਦੀ ਹੈ। ਹੁਣ ਕੀ ਖਾਣਾ ਹੈ, ਦੁਪਹਿਰੇ ਕੀ ਖਾਣਾ ਹੈ, ਸ਼ਾਮ ਨੂੰ ਕੀ ਖਾਣਾ ਹੈ, ਹਮੇਸ਼ਾ ਖਾਣ ਬਾਰੇ ਸੋਚਦਾ ਰਹਿੰਦਾ ਹੈ। ਇਸ ਕਰਕੇ ਕਹਿੰਦੇ ਅੱਗੇ ਇਸ ਨੂੰ ਸਹੀ ਜਿਹੜੀ ਪ੍ਰਾਪਤੀ ਵਾਲੀ ਥਾਂ ਹੈ ਉਹ ਪ੍ਰਾਪਤ ਨਹੀਂ ਹੁੰਦੀ ਹੈ। ਅੰਤਰ ਆਓ ਨਾ ਬੈਸੋ ਕਹੀਐ, ਜਿਉ ਸੁਣੈ ਘਰ ਕਾਓ। ਕਹਿੰਦੇ ਸਾਰਾ ਜੀਵਨ ਇਸੇ ਤਰ੍ਹਾਂ ਹੀ ਇਹ ਬਤੀਤ ਕਰ ਲੈਂਦਾ ਹੈ। ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਵ ਘਟੈ ਤਨ ਸੀਜੈ। ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਵਨ ਬਿਦ ਕੀਜੈ। ਸਕੀਮਾਂ ਹੀ ਲਾਉਂਦਾ ਰਹਿ ਜਾਂਦਾ ਹੈ ਵੀ ਅੰਮ੍ਰਿਤ ਵੇਲੇ ਉੱਠਿਆ ਕਰਾਂਗੇ, ਸਿਮਰਨ ਕਰਿਆ ਕਰਾਂਗੇ, ਨਾਮ ਜਪਿਆ ਕਰਾਂਗੇ, ਬਸ ਸਕੀਮਾਂ ਹੀ ਰਹਿ ਜਾਂਦੀਆਂ ਹਨ। ਉਦੋਂ ਨੂੰ ਅਖੀਰ ਦਾ ਸਮਾਂ ਆ ਜਾਂਦਾ ਹੈ, ਅੰਤ ਦਾ ਸਮਾਂ ਆ ਜਾਂਦਾ ਵੀ ਚੱਲ ਬਈ ਤੇਰਾ ਨੰਬਰ ਆ ਗਿਆ ਹੈ। ਅਗਲੇ ਤੋਰ ਲੈਂਦੇ ਹਨ। ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫਰਮਾਨ ਦਰਗੇ ਕਾ ਆਇਆ। ਮਹਾਰਾਜ ਸਮਝਾਉਂਦੇ ਹਨ ਕਿ ਜਦ ਇਹ ਅੱਗੇ ਫਿਰ ਜਾਂਦਾ ਹੈ ਅਗਲੇ ਪਾਸੇ, ਤਾਂ ਉਥੇ ਇਸ ਦਾ ਕੋਈ ਮਾਣ ਸਨਮਾਨ ਨਹੀਂ ਕੀਤਾ ਜਾਂਦਾ ਹੈ। ਇਸ ਨੂੰ ਭੇਜਿਆ ਸੀ ਸਿਮਰਨ ਕਰਨ ਵਾਸਤੇ, ਆਪਣੇ ਜੀਵਨ ਨੂੰ ਸਫਲ ਬਣਾਉਣ ਵਾਸਤੇ, ਵੀ ਆਪਣੇ ਵਿਹਾਰ ਵੀ ਕਰਦਾ ਰਵੀਂ ਅਤੇ ਨਾਲ ਦੀ ਨਾਲ ਆਪਣੇ ਜੀਵਨ ਨੂੰ ਸਫਲ ਵੀ ਬਣਾਵੀਂ। ਇਹ ਸਮੇਂ ਨੂੰ ਕਹਿੰਦੇ ਗਵਾ ਕੇ ਚਲਿਆ ਜਾਂਦਾ ਹੈ। ਫਿਰ ਕਹਿੰਦੇ ਇਹਨੂੰ ਪਰਲੋਕ ਦੇ ਵਿੱਚ ਸਨਮਾਨ ਦੇ ਨਾਲ ਨਹੀਂ ਬੁਲਾਇਆ ਜਾਂਦਾ ਹੈ। ਅੰਤਰ ਆਓ ਨਾ ਬੈਸੋ ਕਹੀਏ, ਇਹ ਨਹੀਂ ਕਿਹਾ ਜਾਂਦਾ ਆਓ ਜੀ, ਬੈਠੋ ਜੀ। ਇਸ ਤਰ੍ਹਾਂ ਸਨਮਾਨ ਦੇ ਬਚਨ ਨਹੀਂ ਇਹਨੂੰ ਬੋਲੇ ਜਾਂਦੇ। ਹਾਂ, ਜੋ ਵਾਹਿਗੁਰੂ ਦੇ ਪਿਆਰੇ ਭਜਨ ਸਿਮਰਨ ਕਰਕੇ ਜਾਂਦੇ ਹਨ, ਨਾਮ ਜਪ ਕੇ ਜਾਂਦੇ ਹਨ, ਉਹਨਾਂ ਨੂੰ ਫਿਰ ਸਨਮਾਨ ਮਿਲਦਾ ਹੈ। ਰੇ ਰੇ ਦਰਗਹਿ ਕਹੈ ਨਾ ਕੋ, ਆਓ ਬੈਠ ਆਦਰ ਸੁਭ ਦੇਵ। ਉਹਨਾਂ ਨੂੰ ਜ਼ਰੂਰ ਕਿਹਾ ਜਾਂਦਾ ਹੈ ਵੀ ਆਓ ਜੀ, ਬੈਠੋ ਜੀ। ਇਸ ਤਰ੍ਹਾਂ ਕਹਿੰਦੇ ਜਿਵੇਂ ਸੁੰਝੇ ਘਰ ਦਾ ਪ੍ਰਾਹੁਣਾ ਜਿਹੜਾ ਹੁੰਦਾ ਹੈ, ਜਿਉਂ ਸੁੰਝੇ ਘਰ ਕਾਓ, ਜਿਵੇਂ ਕਹਿੰਦੇ ਸੁੰਝੇ ਘਰ ਦੇ ਵਿੱਚ ਕਾਂ ਨੂੰ ਕੁਝ ਨਹੀਂ ਲੱਭਦਾ ਹੈ, ਇਸ ਤਰ੍ਹਾਂ ਇਹਦਾ ਜੀਵਨ ਵੀ ਵਿਅਰਥ ਹੀ ਚਲਿਆ ਜਾਂਦਾ ਹੈ।
ਇਹ ਆਪਣੇ ਜੀਵਨ ਨੂੰ ਅਜਾਈਂ ਹੀ ਗਵਾ ਲੈਂਦਾ ਹੈ। ਜੰਮਣ ਮਰਨ ਵੱਡਾ ਵਿਛੋੜਾ, ਬਿਨ ਸਹਿ ਜਾਗ ਸਬਾਏ। ਮਹਾਰਾਜ ਗੁਰੂ ਨਾਨਕ ਸਾਹਿਬ ਸਮਝਾਉਂਦੇ ਹਨ, ਜੰਮਣਾ ਅਤੇ ਮਰਨਾ ਇੱਕ ਵੱਡਾ ਵਿਛੋੜਾ ਹੈ। ਜਦ ਜਨਮ ਹੁੰਦਾ ਹੈ ਪਰਮੇਸ਼ਰ ਦੇ ਨਾਲੋਂ ਵਿਛੜਦਾ ਹੈ, ਜਦ ਮਰਨ ਹੁੰਦਾ ਹੈ ਤਾਂ ਸੰਸਾਰ ਦੇ ਨਾਲੋਂ ਵਿਛੜਦਾ ਹੈ। ਦੋਵੇਂ ਹੀ ਕਹਿੰਦੇ ਇਹ ਬੜੇ ਪੀੜਾਦਾਇਕ ਹਨ, ਦੁਖਦਾਈ ਹਨ। ਬਸ ਕਹਿੰਦੇ ਇਹ ਜੀਵ ਜਿਹੜਾ ਹੈ ਜੰਮਦਾ ਰਹਿੰਦਾ ਹੈ, ਮਰਦਾ ਰਹਿੰਦਾ ਹੈ, ਇਸ ਪੀੜਾ ਨੂੰ ਸਹਾਰਦਾ ਰਹਿੰਦਾ ਹੈ। ਸਾਰਾ ਜਗਤ ਇਸੇ ਤਰ੍ਹਾਂ ਹੀ ਬਿਨਸਦਾ ਰਹਿੰਦਾ ਹੈ। ਲਬ ਧੰਦੈ ਮਾਇਆ ਜਗਤ ਭੁਲਾਇਆ, ਕਾਲ ਖੜਾ ਰੁਆਏ। ਲਾਲਚ ਦੇ ਵਿੱਚ, ਮੋਹ ਮਾਇਆ ਦੇ ਧੰਦਿਆਂ ਦੇ ਵਿੱਚ ਗ੍ਰਸਤ ਹੋ ਕੇ ਕਹਿੰਦੇ ਭੁੱਲਿਆ ਰਹਿੰਦਾ ਹੈ। ਕਾਲ ਕਹਿੰਦੇ ਇਸ ਨੂੰ ਰਵਾਉਂਦਾ ਰਹਿੰਦਾ ਹੈ। ਕਾਲ ਹਮੇਸ਼ਾ ਇਹਦੇ ਉੱਪਰ ਨਿਗਾਹਬਾਨੀ ਕਰਦਾ ਰਹਿੰਦਾ ਹੈ। ਜਨਨੀ ਜਾਣਤ ਸੁਤ ਵੱਡਾ ਹੋਤ ਹੈ, ਇਤਨਾ ਕੋ ਨ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਮੋਰ ਮੋਰ ਕਰ ਅਧਿਕ ਲਾਡ ਧਰ, ਪੇਖਤ ਹੀ ਜਮਰਾਓ ਹਸੈ। ਉਹ ਕਹਿੰਦੇ ਜੋ ਕਾਲ ਹੈ ਉਹ ਇਸ ਨੂੰ ਦੇਖ ਕੇ ਹੱਸਦਾ ਹੈ, ਇਹ ਮੌਤ ਨੂੰ ਦੇਖ ਕੇ ਦੁਖੀ ਹੁੰਦਾ ਹੈ, ਵਿਰਲਾਪ ਕਰਦਾ ਹੈ। ਬਾਬਾ ਆਵੋ ਭਾਈ ਹੋ ਗਲ ਮਿਲ ਹੈ, ਮਿਲ ਮਿਲ ਦੇਹ ਆਸੀਸਾ ਹੈ। ਮਹਾਰਾਜ ਕਹਿੰਦੇ ਹਨ ਕਿ ਹੇ ਭਾਈ ਹੋ, ਹੇ ਸਤ ਸੰਗੀਓ, ਆਵੋ ਆਪਾਂ ਆਪਸ ਦੇ ਵਿੱਚ ਮਿਲਣਾ ਕਰੀਏ, ਗਲੇ ਮਿਲਣਾ ਕਰੀਏ ਔਰ ਇੱਕ ਦੂਸਰੇ ਨੂੰ ਮਿਲ ਕੇ ਮਿਲਾਪ ਦੀਆਂ ਅਸੀਸਾਂ ਦੇਣਾ ਕਰੀਏ। ਸੰਬਤ ਸਾਹ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਇਸ ਤਰ੍ਹਾਂ ਕਹਿੰਦੇ ਮਿਲ ਮਿਲ ਕੇ ਸਾਨੂੰ ਅਸੀਸਾਂ ਦੇਣਾ ਕਰੋ ਵੀ ਸਾਡਾ ਮਿਲਾਪ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੋ ਜਾਵੇ। ਬਾਬਾ ਸੱਚੜਾ ਮੇਲ ਨਾ ਚੁਕਾਈ, ਪ੍ਰੀਤਮ ਕੀਆ ਦੇਹ ਅਸੀਸਾ ਹੈ। ਹੇ ਭਾਈ ਕਹਿੰਦੇ ਇਸ ਤਰ੍ਹਾਂ ਸੱਚੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਜਿਹੜਾ ਹੈ ਐਤਕੀ ਇਸ ਜੀਵਨ ਦੇ ਵਿੱਚ ਅਵੱਸ਼ ਹੋ ਜਾਵੇ। ਕਿਧਰੇ ਇਹ ਜਿਹੜਾ ਮਨੁੱਖਾ ਜੀਵਨ ਮਿਲਿਆ ਹੈ ਇਹਦੇ ਵਿੱਚ ਵੀ ਚੁੱਕ ਨਾ ਜਾਈਏ, ਉਕਾਈ ਨਾ ਖਾ ਜਾਈਏ, ਇਹਦੇ ਵਿੱਚ ਵੀ ਇਹ ਵੀ ਕਿਧਰੇ ਵਿਅਰਥ ਨਾ ਚਲਿਆ ਜਾਵੇ। ਕਿਤਨੇ ਲੰਬੇ ਸਮੇਂ ਬਾਅਦ ਇਹ ਮਨੁੱਖਾ ਜੀਵਨ ਪ੍ਰਾਪਤ ਹੋਇਆ ਹੈ। ਇਸ ਪੌੜੀ ਤੇ ਜੋ ਨਰ ਚੂਕੈ, ਸੋ ਆਏ ਜਾਏ ਦੁਖ ਪਾਏਂਦਾ। ਕਿਧਰੇ ਫੇਰ ਚੱਕਰ ਦੇ ਵਿੱਚ ਨਾ ਪੈ ਜਾਈਏ, ਇਸ ਕਰਕੇ ਐਤਕੀ ਮਿਲਾਪ ਹੋ ਜਾਵੇ। ਆਸੀਸਾ ਦੇਵੋ ਭਗਤ ਕਰੇ, ਮਿਲਿਆ ਕਾ ਕਿਆ ਮਿਲੋ। ਕਹਿੰਦੇ ਅਸੀਸਾਂ ਦੇਣਾ ਕਰੋ ਅਤੇ ਨਾਲ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰੀਏ, ਬੰਦਗੀ ਕਰੀਏ। ਔਰ ਕਹਿੰਦੇ ਜਿਹੜੇ ਮਿਲੇ ਹੋਏ ਹਨ ਉਹਨਾਂ ਦਾ ਕੀ ਮੇਲਣਾ ਹੈ, ਉਹ ਸਦਾ ਵਾਸਤੇ ਮਿਲੇ ਹੀ ਰਹਿੰਦੇ ਹਨ, ਉਹਨਾਂ ਦਾ ਫਿਰ ਕਦੇ ਵਾਸਤੇ ਵਿਛੋੜਾ ਨਹੀਂ ਹੁੰਦਾ ਹੈ। ਉਹ ਫਿਰ ਸਦੀਵ ਕਾਲ ਵਾਸਤੇ ਹੀ ਮਿਲੇ ਰਹਿੰਦੇ ਹਨ। ਇੱਕ ਭੂਲੇ ਨਾਵੋ ਥਿਓ ਥਾਵੋ, ਗੁਰ ਸਬਦੀ ਸੱਚ ਖੇਲੋ। ਪਰ ਇੱਕ ਐਸੇ ਜੀਵ ਹਨ ਜਿਹੜੇ ਆਪਣੇ ਜੀਵਨ ਕਾਲ ਦੇ ਵਿੱਚ ਨਾਮ ਨੂੰ ਭੁਲਾ ਹੀ ਛੱਡਦੇ ਹਨ, ਕਦੇ ਨਾਮ ਨਹੀਂ ਜਪਦੇ ਹਨ। ਅਸਲੀ ਮੰਜ਼ਿਲ ਤੋਂ, ਅਸਲੀ ਥਾਂ ਤੋਂ ਕਹਿੰਦੇ ਉਹ ਉੱਕੇ ਰਹਿੰਦੇ ਹਨ, ਉਹਨਾਂ ਨੂੰ ਪ੍ਰਾਪਤੀ ਨਹੀਂ ਹੁੰਦੀ ਹੈ। ਇਸ ਕਰਕੇ ਕਹਿੰਦੇ ਗੁਰੂ ਦੇ ਸ਼ਬਦ ਦੁਆਰਾ ਸੱਚ ਦੀ ਖੇਡ ਖੇਡਣੀ ਚਾਹੀਦੀ ਹੈ। ਜਮ ਮਾਰਗ ਨਹੀਂ ਜਾਣਾ, ਸ਼ਬਦ ਸਮਾਣਾ, ਜੁਗ ਜੁਗ ਸਾਚਾ ਵੇਸੇ। ਜੋ ਵਾਹਿਗੁਰੂ ਦੇ ਪਿਆਰੇ ਬਖਸ਼ੇ ਹੋਏ ਹਨ, ਕਹਿੰਦੇ ਜੁਗਾਂ ਜੁਗਾਂ ਦੇ ਵਿੱਚ ਉਹਨਾਂ ਦਾ ਇਹ ਵਿਹਾਰ ਰਹਿੰਦਾ ਹੈ, ਕਿਰਿਆ ਰਹਿੰਦੀ ਹੈ।
ਉਹ ਜਮਾਂ ਦੇ ਰਸਤੇ ਉੱਪਰ ਨਹੀਂ ਜਾਂਦੇ ਹਨ, ਹਮੇਸ਼ਾ ਸੱਚ ਦੇ ਵਿੱਚ ਹੀ ਉਹਨਾਂ ਦੀ ਸਮਾਈ ਹੁੰਦੀ ਹੈ। ਸਾਜਨ ਸੈਣ ਮਿਲੋ ਸੰਜੋਗੀ, ਗੁਰ ਮਿਲ ਖੋਲੇ ਫਾਸੇ। ਕਹਿੰਦੇ ਇਸ ਤਰ੍ਹਾਂ ਜਿਹੜੇ ਵਾਹਿਗੁਰੂ ਦੇ ਪਿਆਰੇ ਪਰਮਾਰਥ ਦੇ ਪਾਂਧੀ ਸੱਜਣ ਹਨ, ਮਿੱਤਰ ਹਨ, ਉਹਨਾਂ ਦੇ ਨਾਲ ਮਿਲਾਪ ਹੋ ਜਾਂਦਾ ਹੈ ਜਿਸ ਵਕਤ, ਉਦੋਂ ਫਿਰ ਕਹਿੰਦੇ ਸੰਜੋਗ ਬਣਦਾ ਹੈ, ਪਰਮੇਸ਼ਰ ਦੇ ਨਾਲ ਮਿਲਣ ਦਾ ਸੁਭਾਗ ਬਣਦਾ ਹੈ। ਗੁਰੂ ਦੇ ਨਾਲ ਮਿਲ ਕੇ ਕਹਿੰਦੇ ਜਿਹੜੀ ਜਮਾਂ ਦੀ ਫਾਹੀ ਹੈ ਉਹ ਖੁੱਲ ਜਾਂਦੀ ਹੈ, ਕੱਟੀ ਜਾਂਦੀ ਹੈ। ਬਾਬਾ ਨਾਂਗੜਾ ਆਇਆ ਜਗ ਮਹਿ, ਦੁਖ ਸੁਖ ਲੇਖ ਲਿਖਾਇਆ। ਹੇ ਭਾਈ, ਕਹਿੰਦੇ ਇਹ ਜੋ ਜੀਵ ਹੈ ਨੰਗਾ ਹੀ ਜਗਤ ਦੇ ਵਿੱਚ ਆਇਆ ਹੈ ਅਤੇ ਆਪਣੇ ਪੂਰਬਲੇ ਸੰਸਕਾਰਾਂ ਦੇ ਮੁਤਾਬਕ ਕੀਤੇ ਹੋਏ ਕਰਮਾਂ ਦੇ ਹਿਸਾਬ ਦੇ ਨਾਲ ਦੁੱਖਾਂ ਸੁੱਖਾਂ ਦਾ ਜਿਹੜਾ ਲੇਖਾ ਹੈ ਆਪਣੇ ਮਸਤਕ ਦੇ ਉੱਪਰ ਲਿਖਾ ਕੇ ਆਇਆ ਹੈ ਵੀ ਇਹ ਕਰਮ ਕੀਤਾ ਹੈ, ਇਹਦੇ ਬਦਲੇ ਇਹਨੂੰ ਇਹ ਦੁੱਖ ਮਿਲੇਗਾ, ਇਹ ਕਰਮ ਕੀਤਾ ਹੈ ਇਹਦੇ ਬਦਲੇ ਇਹਨੂੰ ਇਹ ਸੁੱਖ ਮਿਲੇਗਾ। ਧਾਰਮਿਕ ਵਿਦਵਾਨਾਂ ਦੇ ਮੁਤਾਬਕ ਜੀਵ ਕੁਝ ਸੁਤੰਤਰ ਹੈ ਅਤੇ ਕੁਝ ਪਤੰਤਰ ਹੈ। ਜਿਸ ਵਕਤ ਇਹਨੇ ਕਰਮ ਕਰਨਾ ਹੁੰਦਾ ਹੈ ਉਦੋਂ ਇਹ ਸੁਤੰਤਰ ਹੈ, ਖੁੱਲੀਆਂ ਛੁੱਟੀਆਂ ਹਨ, ਚੰਗਾ ਵੀ ਕਰ ਸਕਦਾ ਹੈ, ਮਾੜਾ ਵੀ ਕਰ ਸਕਦਾ ਹੈ। ਉਦੋਂ ਤੁਹਾਡਾ ਕਿਸੇ ਨੇ ਹੱਥ ਨਹੀਂ ਰੋਕਣਾ ਵੀ ਤੁਸੀਂ ਮਾੜਾ ਕਿਉਂ ਕਰ ਰਹੇ ਹੋ, ਸਾਡਾ ਕਿਸੇ ਨੇ ਹੱਥ ਨਹੀਂ ਰੋਕਣਾ। ਪਰ ਜਦੋਂ ਫਲ ਭੋਗਣਾ ਪੈਂਦਾ ਹੈ ਉਦੋਂ ਅਸੀਂ ਪਤੰਤਰ ਹੁੰਨੇ ਆ, ਉਦੋਂ ਜਿਸ ਤਰ੍ਹਾਂ ਦਾ ਕਰਮ ਕੀਤਾ ਹੈ ਉਸ ਤਰ੍ਹਾਂ ਦਾ ਫਿਰ ਭੋਗਣਾ ਪੈਂਦਾ ਹੈ। ਫਰੀਦਾ ਲੋੜੇ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ, ਹੰਡੇ ਉਨ ਕਤਾਏ ਦਾ ਪੈਦਾ ਲੋੜੈ ਪੱਟ। ਜੇ ਚੰਗਾ ਬੀਜ ਬੀਜੇਗਾ ਚੰਗੇ ਫਲ ਖਾਵੇਂਗਾ, ਜੇ ਮਾੜੇ ਬੀਜੇਗਾ ਤਾਂ ਮਾੜਾ ਖਾਣਾ ਪਵੇਗਾ। ਫਲ ਭੋਗਣ ਲੱਗਿਆ ਇਹ ਪਤੰਤਰ ਹੈ, ਉਦੋਂ ਸੁਤੰਤਰ ਨਹੀਂ। ਹਾਂ, ਜਿਹੜੇ ਨਾਲ ਨਾਲ ਫਲ ਭੋਗਦਿਆਂ ਹੋਇਆਂ ਵੀ ਚੰਗੇ ਕਰਮ ਕਰੀ ਜਾਂਦੇ ਹਨ ਉਹਨਾਂ ਦੇ ਵਿੱਚ ਫਿਰ ਥੋੜ੍ਹੀ ਤਬਦੀਲੀ ਆਉਂਦੀ ਜਾਂਦੀ ਹੈ, ਮਾੜੀਆਂ ਲਕੀਰਾਂ ਚੰਗੀਆਂ ਬਣਦੀਆਂ ਜਾਂਦੀਆਂ ਹਨ। ਔਰ ਜਿਹੜੇ ਮਾੜਾ ਕਰੀ ਜਾਂਦੇ ਹਨ ਸੁੱਖ ਭੋਗਦਿਆਂ ਹੋਇਆਂ ਉਹਨਾਂ ਦੇ ਪੁੰਨ ਕਰਮ ਸੜਦੇ ਜਾਂਦੇ ਹਨ। ਇਸ ਤਰ੍ਹਾਂ ਵੀ ਹੁੰਦਾ ਰਹਿੰਦਾ ਹੈ। ਮਹਾਰਾਜ ਸਮਝਾਉਂਦੇ ਹਨ ਵੀ ਇਹ ਸਾਰਾ ਕੁਝ ਲੇਖਾ ਜਿਹੜਾ ਹੈ ਨਾ ਲਿਖਿਆ ਹੋਇਆ ਹੈ, ਦੁੱਖਾਂ ਸੁੱਖਾਂ ਦਾ ਜੀਵ ਨੂੰ ਭੋਗਣਾ ਪੈਂਦਾ ਹੈ। ਲਿਖਿਆੜਾ ਸਾਹਾ ਨਾ ਟਲੈ, ਜਿਹੜਾ ਪੁਰਬ ਕਮਾਇਆ। ਜਿਵੇਂ ਕਹਿੰਦੇ ਬੱਚੀ ਬੱਚੇ ਦਾ ਰਿਸ਼ਤਾ ਕੀਤਾ ਹੋਇਆ ਹੋਵੇ, ਉਹ ਇੱਕ ਦਿਨ ਮੁਕਰਰ ਕੀਤਾ ਜਾਂਦਾ ਹੈ, ਆਨੰਦ ਕਾਰਜ ਦਾ ਸਾਹਾ ਜਿਹੜਾ ਹੈ ਨਿਯਤ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਕਹਿੰਦੇ ਵਾਹਿਗੁਰੂ ਪਰਮੇਸ਼ਰ ਦੇ ਘਰ ਦੇ ਵਿੱਚ ਇੱਕ ਦਿਨ ਜਾਣਾ ਹੈ, ਪਰਲੋਕ ਦੇ ਵਿੱਚ ਜਾਣਾ ਹੈ ਸਭ ਨੇ। ਲਿਖਿਆੜਾ ਸਾਹਾ ਨਾ ਟਲੈ, ਜਿਹੜਾ ਪੁਰਬ ਕਮਾਇਆ। ਇਹ ਸਾਹਾ ਜਿਹੜਾ ਹੈ ਲਿਖਿਆ ਹੋਇਆ, ਇੱਕ ਨਾ ਇੱਕ ਦਿਨ ਸਭ ਨੇ ਇਥੋਂ ਕਹਿੰਦੇ ਆਪਣੇ ਲਿਖੇ ਦੇ ਮੁਤਾਬਕ ਜਾਣਾ ਹੈ। ਬਹਿ ਸਾਚੈ ਲਿਖਿਆ ਅੰਮ੍ਰਿਤ ਵਿਖਿਆ, ਜਿਤ ਲਾਇਆ ਤਿਤ ਲਾਗਾ। ਫਿਰ ਕਹਿੰਦੇ ਆਪਣੇ ਜੀਵ ਦੇ ਕੀਤੇ ਹੋਏ ਸੰਸਕਾਰਾਂ ਦੇ ਕਰਮਾਂ ਦੇ ਹਿਸਾਬ ਦੇ ਨਾਲ ਇਹ ਲੇਖਾ ਲਿਖਿਆ ਹੋਇਆ ਹੁੰਦਾ ਹੈ ਵੀ ਐਸ ਬੰਦੇ ਨੇ ਅੰਮ੍ਰਿਤ ਵਿਹਾਜਣਾ ਹੈ, ਨਾਮ ਦੀ ਕਮਾਈ ਕਰਨੀ ਹੈ, ਭਜਨ ਕਰਨਾ ਹੈ। ਭਜਨ ਦਾ ਲੇਖਾ ਲਿਖਿਆ ਜਾਂਦਾ ਹੈ। ਔਰ ਜੇ ਮਾੜੇ ਕਰਮ ਕਰੋ ਤਾਂ ਫਿਰ ਕਹਿੰਦੇ ਬੰਦੇ ਦੇ ਮੱਥੇ ਦੇ ਉੱਪਰ ਲਿਖਿਆ ਜਾਂਦਾ ਹੈ ਵੀ ਇਹਨੇ ਆਪਣੇ ਜੀਵਨ ਦੇ ਵਿੱਚ ਜ਼ਹਿਰ ਹੀ ਇਕੱਠੀ ਕਰਨੀ ਹੈ। ਅੰਮ੍ਰਿਤ ਵਿਖਿਆ, ਜਿੱਥੇ ਜਿੱਥੇ ਵਾਹਿਗੁਰੂ ਲਾ ਦਿੰਦੇ ਹਨ ਉੱਥੇ ਜੀਵ ਫਿਰ ਜਿਹੜਾ ਹੈ ਨਾ ਲੱਗਾ ਰਹਿੰਦਾ ਹੈ। ਕਾਮਣਿਆਰੀ ਕਾਮਨ ਪਾਏ, ਬਹੁ ਰੰਗੀ ਗਲ ਤਾਗਾ। ਕਾਮਣਿਆਰੀ ਜਿਹੜੀ ਜਾਦੂਗਰਨੀ ਮਾਇਆ ਹੈ, ਕਹਿੰਦੇ ਉਹ ਆਪਣਾ ਐਸਾ ਜਾਦੂ ਚਲਾਉਂਦੀ ਹੈ, ਤਰ੍ਹਾਂ ਤਰ੍ਹਾਂ ਦੇ ਜਿਵੇਂ ਰੰਗਾਂ ਦੇ ਧਾਗੇ ਜਾਦੂ ਟੂਣੇ ਵਾਲੇ ਵਰਤਦੇ ਹਨ। ਕਹਿੰਦੇ ਮਾਇਆ ਵੀ ਆਪਣੇ ਬੜੇ ਰੰਗ ਵਿਖਾਉਂਦੀ ਹੈ, ਕਈ ਤਰ੍ਹਾਂ ਦੇ ਕੌਤਕ ਵਿਖਾਉਂਦੀ ਹੈ, ਕੋਈ ਇੱਕ ਰੂਪ ਨਹੀਂ ਹੈ ਮਾਇਆ ਦਾ। ਇਹ ਵੀ ਜਾਦੂ ਦੇ ਧਾਗੇ ਦੀ ਤਰ੍ਹਾਂ ਕਈ ਰੰਗ ਵਿਖਾਉਂਦੀ ਹੈ, ਕਈ ਰੰਗਾਂ ਦੇ ਵਿੱਚ ਮਨੁੱਖ ਨੂੰ ਭਟਕਾਉਂਦੀ ਹੈ। ਹੋ
ਹੋਛੀ ਮਤ ਭਇਆ ਮਨ ਹੋਛਾ, ਗੁੜ ਸਾ ਮੱਖੀ ਖਾਇਆ। ਜੀਵ ਕਹਿੰਦੇ ਜਿਸ ਦੀ ਮਤ ਹੋਛੀ ਹੈ ਉਹਦਾ ਮਨ ਵੀ ਹੋਛਾ ਹੋ ਜਾਂਦਾ ਹੈ, ਹਲਕਾ ਪੈ ਜਾਂਦਾ ਹੈ। ਜਿਵੇਂ ਕਹਿੰਦੇ ਮੱਖੀ ਗੁੜ ਨੂੰ ਖਾਂਦੀ ਹੈ ਅਤੇ ਫਿਰ ਉਹ ਗੁੜ ਦੇ ਵਿੱਚ ਹੀ ਫਸ ਜਾਂਦੀ ਹੈ। ਇਸੇ ਤਰ੍ਹਾਂ ਕਹਿੰਦੇ ਜਿਹੜਾ ਜੀਵ ਹੈ ਇਹ ਮਾਇਆ ਦੀ ਮੱਖੀ ਨੂੰ ਖਾਂਦਾ ਹੈ ਅਤੇ ਮਾਇਆ ਦੇ ਵਿੱਚ ਹੀ ਫਸ ਜਾਂਦਾ ਹੈ। ਜਿਵੇਂ ਮੱਖੀ ਦੇ ਖੰਭ ਗੁੜ ਦੇ ਵਿੱਚ ਫਸ ਜਾਂਦੇ ਹਨ, ਇਸ ਤਰ੍ਹਾਂ ਇਹ ਜੀਵ ਜਿਹੜਾ ਹੈ ਮਾਇਆ ਦੇ ਵਿੱਚ ਹੀ ਉਲਝ ਜਾਂਦਾ ਹੈ, ਬਰਬਾਦ ਹੋ ਜਾਂਦਾ ਹੈ। ਇਹਨੂੰ ਜੀਵਨ ਜੁਗਤ ਲੱਭਦੀ ਨਹੀਂ ਹੈ ਕਿ ਕਿਵੇਂ ਮਾਇਆ ਦੇ ਵਿੱਚ ਵਾਹਿਗੁਰੂ ਨੂੰ ਪਾਉਣਾ ਹੈ, ਕਿਵੇਂ ਪਾਇਆ ਜਾ ਸਕਦਾ ਹੈ। ਇਸ ਨੂੰ ਨਿਰਲੇਪ ਰਹਿਣ ਦੀ ਗੁਰੂ ਦੀ ਕਿਰਪਾ ਤੋਂ ਬਗੈਰ ਸੋਝੀ ਨਹੀਂ ਮਿਲਦੀ ਹੈ। ਨਾ ਮਰਜਾਦ ਆਇਆ ਕਲ ਭੀਤਰ, ਨਾਂਗੋ ਬੰਦ ਚਲਾਇਆ। ਸਾਧ ਸੰਗਤ ਜੀ ਇੱਥੇ ਚੇਤੇ ਰੱਖਣਾ ਹੈ ਕਿ ਬੇਮਰਜ਼ਾਦਾ ਨਹੀਂ, ਨਾਮ ਮਰਜ਼ਾਦਾ ਸ਼ਬਦ ਹੈ। ਭਾਵੇਂ ਕਿ ਸੰਸਾਰ ਦੀ ਮਰਜ਼ਾਦਾ ਹੈ ਨਾ ਵੀ ਜੀਵ ਜਿਹੜਾ ਹੈ, ਬੰਦਾ ਜਿਹੜਾ ਹੈ ਉਹ ਵਸਤਰ ਪਾ ਕੇ ਰੱਖੇ, ਕੱਪੜੇ ਪਾ ਕੇ ਰੱਖੇ। ਜਦ ਸੰਸਾਰ ਦੇ ਵਿੱਚ ਆਉਂਦਾ ਹੈ ਕਹਿੰਦੇ ਸੰਸਾਰ ਦੀ ਮਰਜ਼ਾਦਾ ਦਾ ਪਾਲਣ ਨਹੀਂ ਕਰਦਾ, ਨੰਗਾ ਹੀ ਆਉਂਦਾ ਹੈ। ਜਦ ਜਾਂਦਾ ਹੈ ਉਦੋਂ ਵੀ ਨੰਗਾ ਹੀ ਜਾਂਦਾ ਹੈ, ਉਦੋਂ ਕੋਈ ਸੰਸਾਰ ਦੀ ਮਰਜ਼ਾਦਾ ਸਾਹਮਣੇ ਨਹੀਂ ਹੁੰਦੀ ਹੈ। ਨੰਗਾ ਹੀ ਕਹਿੰਦੇ ਪਰਲੋਕ ਨੂੰ ਇਹਨੂੰ ਜਾਣਾ ਪੈਂਦਾ ਹੈ। ਬਾਬਾ ਰੋਵੋ ਜੇ ਕਿਸੈ ਰੋਵਣਾ, ਜਾਨੀ ਅੜਾ ਬੰਦ ਪਠਾਇਆ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਰੋਣਾ ਹੈ ਉਹ ਰੋ ਸਕਦੇ ਹਨ। ਜਾਨੀ ਅੜਾ ਜਿਹੜਾ ਪਿਆਰਾ ਹੈ ਉਹਨੂੰ ਬੰਨ੍ਹ ਕੇ ਅੱਗੇ ਤੋਰ ਲਿਆ ਜਾਂਦਾ ਹੈ। ਜਿਹੜੇ ਸਾਕ ਸੰਬੰਧੀ ਭੈਣ ਭਰਾ ਹੁੰਦੇ ਹਨ ਫਿਰ ਵਿਰਲਾਪ ਕਰਦੇ ਹਨ। ਲਿਖਿਆੜਾ ਲੇਖ ਨਾ ਮੇਟੀਐ, ਦਰਹਾ ਘਰੜਾ ਆਇਆ ਹੈ। ਲਿਖਿਆ ਹੋਇਆ ਲੇਖ ਮਹਾਰਾਜ ਕਹਿੰਦੇ ਮਿਟ ਨਹੀਂ ਸਕਦਾ ਹੈ। ਜਿਹੜਾ ਸਾਹਾ ਲਿਖਿਆ ਜਾਂ ਦੁੱਖਾਂ ਸੁੱਖਾਂ ਦਾ ਲੇਖਾ ਲਿਖਿਆ ਹੈ, ਜੋ ਹਕਾਰੜਾ ਜਿਹੜੇ ਕਹਿੰਦੇ ਸੱਦਾ ਪੱਤਰ, ਜਿਹੜੀ ਚਿੱਠੀ ਪਰਮੇਸ਼ਰ ਵੱਲੋਂ ਆ ਜਾਂਦੀ ਹੈ ਉਹਨੂੰ ਫਿਰ ਜਾਣਾ ਪੈਂਦਾ ਹੈ। ਜਿਨ ਕੀ ਚੀਰੀ ਦਰਗਹਿ ਪਾਟੀ, ਤਿੰਨਾ ਮਰਨਾ ਭਾਈ। ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ, ਘੱਲੇ ਆਵੇ ਨਾਨਕਾ ਸੱਦੇ ਉਠੀ ਜਾਏ। ਇਸ ਕਰਕੇ ਜਦ ਸੱਦਾ ਆ ਜਾਂਦਾ ਹੈ ਜਾਣਾ ਪੈਂਦਾ ਹੈ। ਹਕਾਰਾ ਆਇਆ ਜਾਂ ਤਿਸ ਪਾਇਆ, ਰੁੰਨੇ ਰੋਵਨ ਹਾਰੇ। ਜਦ ਹਕਾਰਾ ਉਹ ਚਿੱਠੀ ਆ ਜਾਂਦੀ ਹੈ ਜੋ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੁੰਦਾ ਹੈ, ਰੋਣ ਵਾਲੇ ਜਿਹੜੇ ਹਨ ਉਹ ਰੋਣ ਵਾਲੇ ਜੇਤੜੇ ਬੰਨੇ ਪੰਡ ਪਰਾਲ, ਉਹ ਫਿਰ ਕਹਿੰਦੇ ਇਸ ਤਰ੍ਹਾਂ ਵਿਅਰਥ ਦੇ ਵਿੱਚ ਹੀ ਵਿਰਲਾਪ ਕਰਦੇ ਹਨ। ਪੁੱਤ ਭਾਈ ਭਾਤੀਜੇ ਰੋਵਹੇ, ਪ੍ਰੀਤਮ ਅਤ ਪਿਆਰੇ। ਜਿੰਨਾ ਜਿੰਨਾ ਕਿਸੇ ਦਾ ਸੰਬੰਧ ਹੁੰਦਾ ਹੈ, ਪੁੱਤਰ ਹਨ, ਭਰਾ ਹਨ, ਭਤੀਜੇ ਹਨ, ਹੋਰ ਜਿਹੜੇ ਕਹਿੰਦੇ ਸਾਕ ਸੰਬੰਧੀ ਰਿਸ਼ਤੇਦਾਰ ਹਨ, ਪਿਆਰ ਵਾਲੇ ਹਨ, ਸਾਰੇ ਹੀ ਵਿਰਲਾਪ ਕਰਦੇ ਹਨ। ਭੈ ਰੋਵੈ ਗੁਣ ਸਾਰ ਸਮਾਲੇ, ਕੋ ਮਰੈ ਨਾ ਮੁਆ ਨਾਲੇ। ਕਹਿੰਦੇ ਸੰਸਾਰ ਦੇ ਲੋਕ ਤਾਂ ਆਪਣੇ ਸਨੇਹੀਆਂ ਦੇ ਨਾਲ ਹੀ ਸਨੇਹ ਰੱਖਦੇ ਹੋਏ ਵਿਰਲਾਪ ਕਰਦੇ ਰਹਿੰਦੇ ਹਨ, ਪਰ ਜੋ ਵਾਹਿਗੁਰੂ ਦੇ ਪਿਆਰੇ ਹੁੰਦੇ ਹਨ ਉਹ ਕਹਿੰਦੇ ਵਾਹਿਗੁਰੂ ਦੇ ਪਿਆਰ ਦੇ ਵਿੱਚ ਵੈਰਾਗ ਕਰਦੇ ਹਨ। ਮੈਂ ਰੋਵੰਦੀ ਸਭ ਜਗ ਰੋਨਾ, ਰੁਨੜੇ ਵਣੋ ਪੰਖੇਰੂ। ਇਕ ਨਾ ਰੁਨਾ ਮੇਰੇ ਜੀ ਕਾ ਬਿਰਹਾ, ਜਿਨਹੋ ਪਿਰਹੋ ਵਿਛੋੜੀ। ਵਾਹਿਗੁਰੂ ਦੇ ਪਿਆਰੇ ਵੈਰਾਗ ਦੇ ਵਿੱਚ, ਬਿਰਹਾ ਦੇ ਵਿੱਚ ਵਿਰਲਾਪ ਕਰਦੇ ਹਨ। ਕਹਿੰਦੇ ਕੋਈ ਵੀ ਮਰਿਆਂ ਦੇ ਨਾਲ ਮਰਦਾ ਨਹੀਂ ਹੈ। ਇਸ ਕਰਕੇ ਹੱਦ ਤੋਂ ਵੱਧ ਵਿਰਲਾਪ ਕਰਨਾ, ਇਹ ਸਭ ਕਹਿੰਦੇ ਪਰਾਲੀ ਦੀਆਂ ਹੀ ਪੰਡਾਂ ਬੰਨਣੀਆਂ ਹਨ। ਨਾਨਕ ਜੁਗ ਜੁਗ ਜਾਨ ਸਿਆਣਾ, ਰੋਵਹਿ ਸੱਚ ਸੰਭਾਲੇ। ਸਤਿਗੁਰੂ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਹਨ, ਯੁੱਗ ਯੁੱਗ ਦੇ ਵਿੱਚ ਇਹ ਕਹਿੰਦੇ ਸਾਰੇ ਯੁੱਗਾਂ ਦੇ ਵਿੱਚ ਹੀ
ਜਿਹੜੇ ਵਾਹਿਗੁਰੂ ਦੇ ਪਿਆਰੇ ਹਨ ਉਹ ਬੜੇ ਸੁਜਾਨ ਹੁੰਦੇ ਹਨ, ਬੜੇ ਸਿਆਣੇ ਹੁੰਦੇ ਹਨ। ਉਹ ਸੱਚ ਨੂੰ ਸੰਭਾਲ ਕੇ ਵਾਹਿਗੁਰੂ ਪਰਮੇਸ਼ਰ ਦੇ ਪਿਆਰ ਦੇ ਵਿੱਚ, ਉਹਦੀ ਯਾਦ ਦੇ ਵਿੱਚ, ਜਿਵੇਂ ਬਚਨ ਆਉਂਦੇ ਹਨ, ਜਦ ਮਿਲਾਪ ਹੁੰਦਾ ਹੈ ਮਿਲਾਪ ਦਾ ਆਨੰਦ ਮਾਣਦੇ ਹਨ, ਜਦ ਵਿਛੋੜਾ ਹੁੰਦਾ ਹੈ ਜੋ ਦੁਹਾਗਣ ਰੱਬ ਦੀ ਝੂਰੇ ਦੀ ਝੂਰੇ, ਉਹ ਫਿਰ ਝੋਰਾ ਕਰਦੇ ਹਨ ਵੀ ਕਦੋਂ ਮਿਲਾਪ ਹੋਵੇਗਾ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਦੇ ਵਿੱਚ ਸਾਨੂੰ ਸੋਝੀ ਬਖਸ਼ਿਸ਼ ਕੀਤੀ ਹੈ ਕਿ ਦੁੱਖ ਸੁੱਖ ਜਿਹੜੇ ਹਨ ਉਹ ਜੀਵਨ ਦੇ ਵਿੱਚ ਆਉਂਦੇ ਰਹਿੰਦੇ ਹਨ, ਪਰ ਸਾਧ ਸੰਗਤ ਜੀ ਹੱਦ ਤੋਂ ਵੱਧ ਦੁੱਖ ਦੇ ਵਿੱਚ ਦੁਖੀ ਹੋਣਾ ਗੁਰਮਤਿ ਤੋਂ ਉਲਟ ਹੈ। ਹੱਦ ਤੋਂ ਵੱਧ ਸੁੱਖ ਦੇ ਵਿੱਚ ਆਪਣੇ ਆਪ ਨੂੰ ਆਪਣੇ ਆਪੇ ਤੋਂ ਬਾਹਰੇ ਹੋਣਾ ਉਹ ਵੀ ਗੁਰਮਤਿ ਤੋਂ ਉਲਟ ਹੈ। ਉਸ ਤਰ੍ਹਾਂ ਜਦ ਇਸ ਤਰ੍ਹਾਂ ਦਾ ਜਦ ਕੋਈ ਸਮਾਂ ਬਣਦਾ ਹੈ, ਦੁੱਖ ਦਾ ਸਮਾਂ ਬਣਦਾ ਹੈ, ਸਾਰਿਆਂ ਦੇ ਮਨ ਦੇ ਉੱਪਰ ਪ੍ਰਭਾਵ ਤਾਂ ਪੈਂਦਾ ਹੈ। ਜਿਵੇਂ ਛੋਟੀ ਜਿਹੀ ਇੱਕ ਗਾਥਾ ਹੈ, ਜਿਸ ਵਕਤ ਧੰਨ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਕੀ ਡਰੋਲੀ ਵਿਖੇ ਸਨ, ਜਦ ਸਾਈਂ ਦਾਸ ਜੀ ਦਾ ਅਕਾਲ ਚਲਾਣਾ ਹੋਇਆ, ਸੰਗਤਾਂ ਬਹੁਤ ਵਿਰਲਾਪ ਕਰ ਰਹੀਆਂ ਸਨ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅਡੋਲ ਬੈਠੇ ਸਨ, ਸੱਜੇ ਹੋਏ ਸਨ। ਤਾਂ ਗੁਰਸਿੱਖਾਂ ਦੇ ਪੁੱਛਣ ਤੇ ਸਤਿਗੁਰੂ ਜੀ ਨੇ ਬਚਨ ਕੀਤੇ, ਆਖਣ ਲੱਗੇ, ਗੁਰਮੁਖੋ ਮਿਲਬੇ ਤੇ ਹਰਖੇ ਨਹਿ ਗਿਆਨੀ। ਜੋ ਗਿਆਨਵਾਨ ਪੁਰਸ਼ ਹੁੰਦੇ ਹਨ, ਜਦ ਕੁਝ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ, ਉਹ ਆਪਣੇ ਆਪੇ ਤੋਂ ਬਾਹਰ ਨਹੀਂ ਹੋ ਜਾਂਦੇ ਹਨ, ਉਹਨੂੰ ਜਰ ਲੈਂਦੇ ਹਨ। ਦੂਸਰਾ ਬਚਨ ਮਹਾਰਾਜ ਜੀ ਨੇ ਕੀਤਾ, ਵਿਸ਼ਰਨ ਤੇ ਨਹਿ ਦੁੱਖ ਕੋ ਜਾਨੀ। ਜਦ ਕੋਈ ਉਹਨਾਂ ਦੇ ਕੋਲੋਂ ਕੁਝ ਜਾਂਦਾ ਹੈ ਨਾ, ਫਿਰ ਵੀ ਕਹਿੰਦੇ ਉਹ ਆਪਣੇ ਆਪੇ ਦੇ ਵਿੱਚ ਹੀ ਰਹਿੰਦੇ ਹਨ, ਹੱਦ ਤੋਂ ਵੱਧ ਦੁਖੀ ਨਹੀਂ ਹੁੰਦੇ ਹਨ। ਅੱਗੇ ਚੱਲ ਕੇ ਪ੍ਰਸੰਗ ਆਉਂਦਾ ਹੈ, ਅਗਲੇ ਦਿਨ ਸਤਿਗੁਰੂ ਪਾਤਸ਼ਾਹ ਜੀ ਭਾਈ ਬਿਧੀ ਚੰਦ ਸਾਹਿਬ ਜੀ ਨੂੰ ਆਖਦੇ ਹਨ, ਭਾਈ ਬਿਧੀ ਚੰਦ ਸਾਹਿਬ ਜੀ ਕੂਚ ਦਾ ਨਗਾਰਾ ਵਜਾਓ, ਚਾਲਾ ਪਾਉਣਾ ਹੈ। ਮਹਾਰਾਜ ਐਡੀ ਜਲਦੀ ਝਟਪਟ ਹੀ ਹੁਕਮ ਲਾ ਦਿੱਤਾ। ਸਤਿਗੁਰੂ ਜੀ ਆਖਣ ਲੱਗੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ, ਕਹਿੰਦੇ, ਇਹਾਂ ਬਸਬੋ ਮੋਹੇ ਨਾ ਭਾਵੈ, ਸਾਈਂ ਦਾਸ ਦ੍ਰਿਸ਼ਟ ਨਹੀਂ ਆਵੈ। ਕਹਿੰਦੇ ਸਾਡਾ ਹੁਣ ਇੱਥੇ ਰਹਿਣ ਨੂੰ ਚਿੱਤ ਨਹੀਂ ਕਰ ਰਿਹਾ ਹੈ, ਕਿਉਂਕਿ ਸਾਡਾ ਪਿਆਰਾ ਸਾਈਂ ਦਾਸ ਜਿਹੜਾ ਹੈ ਨਾ, ਸਾਨੂੰ ਸਾਹਮਣੇ ਦਿਖਾਈ ਨਹੀਂ ਦੇ ਰਿਹਾ ਹੈ। ਕਿਉਂਕਿ ਜਦ ਇਸ ਤਰ੍ਹਾਂ ਦਾ ਦੁੱਖ ਦਾ ਸਮਾਂ ਹੁੰਦਾ ਹੈ, ਸਭ ਦੇ ਮਨ ਦੇ ਉੱਪਰ ਪ੍ਰਭਾਵ ਪੈਂਦਾ ਹੈ, ਵੱਡੇ ਵੱਡੇ ਅਵਤਾਰਾਂ ਦੇ ਮਨ ਦੇ ਉੱਪਰ ਵੀ ਪ੍ਰਭਾਵ ਪੈਂਦਾ ਹੈ। ਪਰ ਆਮ ਸੰਸਾਰ ਦੇ ਲੋਕਾਂ ਦੀ ਬਿਰਤੀ ਹੁੰਦੀ ਹੈ, ਦੁੱਖ ਦੇ ਵਿੱਚ ਹੱਦ ਤੋਂ ਵੱਧ ਹੀ ਡਿੱਗ ਪੈਂਦੇ ਹਨ, ਢਹਿ ਜਾਂਦੇ ਹਨ। ਸੁੱਖ ਦੇ ਵਿੱਚ ਹੱਦ ਤੋਂ ਵੱਧ ਹੀ ਆਪਣੇ ਆਪੇ ਤੋਂ ਬਾਹਰ ਹੋ ਜਾਂਦੇ ਹਨ। ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਹੈ, ਰੰਗ ਹੱਸੈ ਰੰਗ ਰੋਵੈ, ਚੁੱਪ ਭੀ ਕਰ ਜਾਹੇ, ਪ੍ਰਵਾਹ ਨਾਹੀ ਕਿਸੇ ਕੇਰੀ, ਬਾਝ ਸੱਚੇ ਨਾਹ। ਇਸ ਤਰ੍ਹਾਂ ਦੇ ਜੀਵਨ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸੋਝੀ ਬਖਸ਼ਿਸ਼ ਹੈ। ਮਹਾਰਾਜ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗੁਰਮਤਿ ਵਾਲਾ ਜੀਵਨ ਜਿਹੜਾ ਹੈ ਉਹ ਬਣਨਾ ਕਰੇ। ਅੰਮ੍ਰਿਤ ਛਕੋ ਸਿੰਘ ਸੱਜੋ, ਨਾਮ ਬਾਣੀ ਦੇ ਨਾਲ ਜੁੜੋ, ਤਾਂ ਕਿ ਲੋਕ ਸੁਖੀ ਪਰਲੋਕ ਸੁਹੇਲੇ ਹੋਵਣ। ਇੰਨੀ ਹਾਜ਼ਰੀ ਪ੍ਰਵਾਨ ਕਰਨੀ। ਸਮੂਹ ਸੰਗਤ, ਸਮੂਹ ਪ੍ਰਬੰਧਕ ਜਨਾਂ ਦਾ ਹਾਰਦਿਕ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਭੈ ਰੋਵੈ ਗੁਣ ਸਾਰ ਸਮਾਲੇ, ਕੋ ਮਰੈ ਨ ਮੁਆ ਨਾਲੇ। ਨਾਨਕ ਜੁਗ ਜੁਗ ਜਾਨ ਸਿਜਾਣਾ, ਰੋਵਹਿ ਸੱਚ ਸਮਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।